ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬੀ ਨਾਲ ਜੁੜੀਆਂ ਖਾਸ ਅਪਡੇਟਸ। ਲਗਾਤਾਰ ਪੰਜਾਬ ਦੇ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਚਰਚਾਵਾਂ ਨੇ। ਅੱਜ ਚੌਥਾ ਦਿਨ ਹੈ ਪੰਜਾਬ ਦੇ ਵਿਧਾਨ ਸਭਾ ਸੈਸ਼ਨ ਨੂੰ ਤੇ ਬੀਤੇ 3 ਦਿਨਾਂ ਦਾ ਸੈਸ਼ਨ ਹੰਗਾਮਿਆਂ ਭਰਪੂਰ ਰਿਹਾ। ਇਹਨਾਂ ਹੰਗਾਮਿਆਂ ਦੇ ਦਰਮਿਆਨ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵੱਲੋਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦਿਆਂ ਸੱਤਾ ਧਿਰ ਕਾਂਗਰਸ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਹੋਈਆਂ ਨੇ, ਜਿਸ ਦਰਮਿਆਨ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਹੋਇਆ ਹੈ ਤੇ ਅਕਾਲੀ ਦਲ ਦੇ ਵੱਲੋਂ ਵੀ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਦਰਮਿਆਨ ਵੱਡੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ। ਪਹਿਲਾਂ ਅਕਾਲੀ ਦਲ ਦੇ ਪ੍ਰਦਰਸ਼ਨ ਦੀਆਂ ਤਸਵੀਰਾਂ ਵਿਖਾਵਾਂਗੇ। ਅਕਾਲੀ ਦਲ ਦੇ ਵੱਲੋਂ ਪ੍ਰਦਰਸ਼ਨ ਦੇ ਦਰਮਿਆਨ ਗੰਭੀਰ ਇਲਜ਼ਾਮ ਨੇ ਜੋ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਲਾਏ ਗਏ ਨੇ। ਮੁਲਾਜ਼ਮਾਂ ਦੇ ਮੁੱਦਿਆਂ ਨੂੰ ਲੈ ਕੇ ਅੱਜ ਸਰਕਾਰ ਨੂੰ ਅਸੀਂ ਘੇਰਨਾ ਹੈ। ਦੇਖੋ, ਇਸ ਸਰਕਾਰ ਦਾ 2017 ਦਾ ਜਿਹੜਾ ਵੱਡਾ ਵਾਅਦਾ ਸੀ, ਸਭ ਤੋਂ ਪਹਿਲਾ ਵਾਅਦਾ ਸੀਗਾ ਕਿ ਕੰਟਰੈਕਚੁਅਲ EMPLOYEES ਨੂੰ ਪੱਕੇ ਕਰਾਂਗੇ, ਕੱਚੇ ਨੂੰ ਪੱਕੇ। ਪਹਿਲੀ ਕੈਬਨਿਟ 'ਚ ਕਿੰਨੀਆਂ ਕੈਬਨਿਟ ਲੰਘ ਗਈਆਂ, ਇੱਕ ਬੰਦੇ ਨੂੰ ਵੀ ਪੱਕਾ ਨਹੀਂ ਕੀਤਾ। ਉਲਟਾ ਪੋਸਟਾਂ ਖਤਮ ਕਰਨੀਆਂ ਸ਼ੁਰੂ ਕਰਤੀਆਂ ਨੇ। ਦੂਜਾ ਵਾਅਦਾ ਕੀਤਾ ਸੀ ਕਿ ਜਿਹੜਾ ਪੇ ਸਕੇਲ ਦੀ ਗੱਲ ਸੀ, ਪੇ ਕਮਿਸ਼ਨ ਦੀ, ਪੇ ਕਮਿਸ਼ਨ ਅੱਜ ਤੱਕ ਨਹੀਂ ਲਾਗੂ ਹੋਇਆ। ਪੇ ਕਮਿਸ਼ਨ ਦੀਆਂ 100 ਤੋਂ ਵੱਧ ਡਰਾਮੇ ਕਰਤੇ ਮੀਟਿੰਗਾਂ ਦੇ। ਕੀ ਇਹ ਜਿਹਾ ਫੈਸਲਾ ਕਰਨਾ ਚਾਹੁੰਦੇ, ਦੇਣਾ ਹੀ ਨਹੀਂ ਚਾਹੁੰਦੇ। ਫਿਰ ਪੰਜਾਬ ਪੇ ਸਕੇਲ ਖਤਮ ਕਰਕੇ ਸੈਂਟਰਲ ਪੇ ਸਕੇਲ ਲਾਗੂ ਕਰਨਾ। TA DA ਅਰੇਅਰਸ, ਐਡਾ ਵੱਡਾ ਧੋਖਾ ਧੱਕਾ ਤੇ ਫਰਾਡ। ਉਹ ਭਰਾਵਾ, ਸਾਡੀ ਸਰਕਾਰ ਵੇਲੇ ਨਾ ਤੂੰ ਰੇਟ ਕੱਢ ਲੈ, ਆਪਦੇ ਬਿਜਲੀ ਦਾ ਰੇਟ ਕੱਢ ਲਈ। ਉਦੋਂ ਸੀਗਾ 5 ਰੁਪਏ, ਹੁਣ ਕਰਤਾ ਇਹਨਾਂ ਨੇ 9 9.5 ਰੁਪਏ। ਔਰ ਜਿਹੜੇ ਰਲ ਕੇ ਕੇਸ ਹਰੇ ਆ ਨਾ, ਉਹਨਾਂ ਦਾ ਵੀ ਪਰਦਾਫਾਸ਼ ਕਰਾਂਗੇ, ਅਸੀਂ ਵੀ ਕਰਾਂਗੇ। ਉਧਰ ਆਮ ਆਦਮੀ ਪਾਰਟੀ ਨੇ ਬਿਜਲੀ ਦਰਾਂ ਦੇ ਵਿੱਚ ਵਾਧੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਘੇਰਿਆ। ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਦੇ 4 ਸਾਲਾਂ ਦੇ ਸ਼ਾਸਨ ਦੇ ਦਰਮਿਆਨ 14 ਵਾਰ ਬਿਜਲੀ ਦਰਾਂ ਦੇ ਵਿੱਚ ਵਾਧਾ ਹੋਇਆ, ਜੋ ਕਿ ਆਮ ਲੋਕਾਂ ਦੀ ਜੇਬ ਦੇ ਉੱਤੇ ਸਰਾਸਰ ਡਾਕਾ ਹੈ। ਸਭ ਤੋਂ ਵੱਡੀ ਗੱਲ ਕੀ ਹੈ ਕਿ ਅੱਜ ਅਸੀਂ ਸਾਡੇ ਮਾਨਯੋਗ MLA ਸਾਹਿਬਾਨ ਅਮਨ ਅਰੋੜਾ ਜੀ ਨੇ ਇੱਕ ਕਾਲ ਅਟੈਂਸ਼ਨ ਮੋਸ਼ਨ ਤੇ ਇੱਕ ਪ੍ਰਾਈਵੇਟ ਬਿੱਲ ਆਇਆ ਸੀਗਾ ਕਿ ਜਿਹੜੇ ਐਗਰੀਮੈਂਟ ਜਿਨ੍ਹਾਂ ਦਾ ਵਾਅਦਾ 2017 ਦੇ ਚੋਣ ਮੈਨੀਫੈਸਟੋ ਦੇ ਵਿੱਚ ਕੈਪਟਨ ਸਾਹਿਬ ਨੇ ਕੀਤਾ ਸੀਗਾ, ਕਾਂਗਰਸ ਪਾਰਟੀ ਦੀ ਸਰਕਾਰ ਨੇ ਕੀਤਾ ਸੀ, ਕਾਂਗਰਸ ਨੇ ਕੀਤਾ ਸੀਗਾ ਕਿ ਜਦੋਂ ਅਸੀਂ ਸੱਤਾ 'ਚ ਆਵਾਂਗੇ ਤਾਂ ਆਉਣ ਸਾਰ ਜਿਹੜੇ ਪਾਵਰ ਪਰਚੇਜ ਐਗਰੀਮੈਂਟ ਪ੍ਰਾਈਵੇਟ ਕੰਪਨੀਆਂ ਦੇ ਨਾਲ ਪੁਰਾਣੀ ਸਰਕਾਰ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਨੇ ਕੀਤੇ ਨੇਗੇ, ਉਹ ਸਾਰੇ ਰੱਦ ਕਰਾਂਗੇ, ਰਿਵਿਊ ਕਰਾਂਗੇ, ਖਤਮ ਕਰਾਂਗੇ। ਪਿਛਲੀ ਵਿਧਾਨ ਸਭਾ ਦੇ ਵਿੱਚ ਤੁਸੀਂ ਬਹੁਤ ਸਾਰੇ ਤੁਹਾਡੇ ਨੌਜਵਾਨ ਸਾਥੀ ਜਿਹੜੇ ਵਿਧਾਨ ਸਭਾ ਕਵਰ ਕਰ ਰਹੇ ਸੀਗੇ, ਉਹਨਾਂ ਨੇ ਦੇਖਿਆ ਕਿ ਕੈਪਟਨ ਸਾਹਿਬ ਇੱਕ ਕਿਤਾਬ ਲੈ ਕੇ ਆਉਂਦੇ ਨੇਗੇ। ਕਿਤਾਬ ਲੈ ਕੇ ਆ ਕੇ ਸੈਸ਼ਨ ਦੇ ਵਿੱਚ ਕਹਿੰਦੇ ਨੇ ਕਿ ਮੈਂ ਵਾਈਟ ਪੇਪਰ ਤਿਆਰ ਕਰ ਲਿਆ। ਇਹ ਵਾਈਟ ਪੇਪਰ ਜਿਹੜਾ ਹੈਗਾ ਮੈਂ ਅਗਲੇ ਸੈਸ਼ਨ ਤੇ ਜਿਹੜਾ ਹੈਗਾ ਪੜ੍ਹ ਕੇ ਸੁਣਾਉਂਗਾ, ਕਿਉਂਕਿ ਮੇਰੇ ਕੋਲੇ ਪੜ੍ਹਨ ਦਾ ਸਮਾਂ ਨਹੀਂ ਸੀਗਾ। ਚਲੋ ਅਸੀਂ ਕਿਹਾ ਵੀ ਠੀਕ ਆ, ਸੁਣਾ ਦਿਓ, ਪਰ ਲੇਕਿਨ ਸਾਲ ਲੰਘ ਗਿਆ, ਉਹ ਵਾਈਟ ਪੇਪਰ ਪਤਾ ਨਹੀਂ ਕੈਪਟਨ ਸਾਹਿਬ ਨੇ ਕਿਉਂ ਲੁਕੋ ਲਿਆ। ਅਸੀਂ ਪਿਛਲੇ 4 ਸਾਲਾਂ ਤੋਂ ਇਹ ਮੁੱਦਾ ਚੱਕਦੇ ਆ ਰਹੇ ਔਰ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਦਾ ਵਾਅਦਾ ਸੀਗਾ ਕਿ ਜਦੋਂ ਇਹਨਾਂ ਦੀ ਸਰਕਾਰ ਬਣ ਜਾਂਦੀ ਹੈ, ਇਹ ਜਿਹੜੇ 3 ਪ੍ਰਾਈਵੇਟ ਥਰਮਲ ਪਾਵਰ ਪਲਾਂਟਸ ਦੇ ਨਾਲ ਪਿਛਲੀ ਸਰਕਾਰ ਨੇ ਐਗਰੀਮੈਂਟ ਕੀਤੇ ਸੀ, ਉਹਨਾਂ ਨੂੰ ਰੱਦ ਕਰਾਂਗੇ ਤਾਂ ਕਿ ਲੋਕਾਂ ਨੂੰ ਮਹਿੰਗੇ ਬਿਜਲੀ ਦੇ ਬਿੱਲਾਂ ਤੋਂ ਰਾਹਤ ਦਿੱਤੀ ਜਾ ਸਕੇ। ਪਰ ਜਦੋਂ ਦੀ ਸਰਕਾਰ ਬਣੀ ਹੈ, ਕੰਨਾਂ ਤੇ ਜੂੰ ਨਹੀਂ ਸਰਕ ਰਹੀ ਹੈਗੀ। ਅਸੀਂ ਵਾਰ-ਵਾਰ ਪ੍ਰਾਈਵੇਟ ਮੈਂਬਰ ਬਿੱਲ, ਕਾਲ ਅਟੈਂਸ਼ਨ ਮੋਸ਼ਨ ਮਤੇ ਨੇ ਜਿਹੜੇ ਲੈ ਕੇ ਆ ਚੁੱਕੇ, ਪਰ ਹਰ ਵਾਰੀ ਰੱਦ ਕਰ ਦਿੰਦੇ ਨੇ। ਅੱਜ ਵੀ ਮੈਂ ਇਸ ਇੰਪੋਰਟੈਂਟ ਇਸ਼ੂ ਦੇ ਉੱਪਰ 3 ਚੀਜ਼ਾਂ ਲਾਈਆਂ ਸੀਗੀਆਂ। ਕਾਲ ਅਟੈਂਸ਼ਨ ਮੋਸ਼ਨ ਕਹਿ ਕੇ ਰੱਦ ਕਰਤਾ ਕਿ ਮਸਲਾ ਤਾਜ਼ਾ ਨਹੀਂ ਹੈ। ਪ੍ਰਾਈਵੇਟ ਮੈਂਬਰ ਬਿੱਲ ਇਹ ਵੀ ਰਿਜੈਕਟ ਕਰਤਾ ਔਰ ਕੰਮ ਰੋਕੂ ਪ੍ਰਸਤਾਵ ਇਹ 'ਚ ਵੀ ਇਹੀ ਕਹਿੰਦਾ ਕਿ ਮਸਲਾ ਤਾਜ਼ਾ ਨਹੀਂ ਹੈ। ਅਸੀਂ ਸਪੀਕਰ ਸਾਹਿਬ ਨੂੰ ਇਹੀ ਪੁੱਛਣਾ ਚਾਹੁੰਦੇ ਹਾਂ ਕਿ ਜਿਹੜਾ ਬਿਜਲੀ ਦਾ ਯੂਨਿਟ ਅੱਜ ਮਚ ਰਿਹਾ ਹੈ, ਉਹਦੇ ਵਿੱਚ ਘੱਟੋ ਘੱਟ 3 ਤੋਂ 4 ਰੁਪਏ ਦਾ ਚੂਨਾ ਜਿਹੜਾ ਉਹਨੂੰ ਲੱਗ ਰਿਹਾ ਹੈ। ਇਹ ਤਾਂ ਲੁੱਟ ਕੰਟੀਨਿਊਸਲੀ ਪਿਛਲੇ 10-12 ਸਾਲ ਤੋਂ ਚੱਲ ਰਹੀ ਹੈ ਤੇ ਜਦੋਂ ਤੱਕ ਇਹਨੂੰ ਨੱਥ ਨਹੀਂ ਪਾਈ ਜਾਊਗੀ, ਇਹ ਮਸਲਾ ਤਾਂ ਤਾਜ਼ਾ ਹੀ ਰਹੂਗਾ। ਉਧਰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਲਈ ਵੱਡਾ ਦਿਨ ਰਿਹਾ ਹੈ 3 ਮਾਰਚ ਦਾ, ਕਿਉਂਕਿ ਦਿੱਲੀ ਨਗਰ ਨਿਗਮ ਦੀਆਂ 5 ਸੀਟਾਂ ਦੇ ਉੱਤੇ ਹੋਈਆਂ ਚੋਣਾਂ ਦੇ ਵਿੱਚੋਂ 4 ਦੇ ਉੱਤੇ ਆਮ ਆਦਮੀ ਪਾਰਟੀ ਨੇ ਬਾਜੀ ਮਾਰੀ ਹੈ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹੌਸਲੇ ਬੁਲੰਦ ਨੇ ਤੇ ਹੁਣ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਵਿਰੋਧੀਆਂ ਦੇ ਲਈ ਟ੍ਰੇਲਰ ਦੱਸਿਆ। ਕੀ ਕੁਝ ਅਰਵਿੰਦ ਕੇਜਰੀਵਾਲ ਨੇ ਆਮ ਲੋਕਾਂ ਨੂੰ ਸੰਬੋਧਨ ਦੇ ਵਿੱਚ ਕਿਹਾ, ਉਹ ਸੁਣਦੇ ਹਾਂ। नगर निगम की 5 सीटों पे जो बाई इलेक्शन हुए, उसके जो आज नतीजे आए हैं, दिल्ली की जनता ने 5 में से 4 सीटें आम आदमी पार्टी को और 0 सीटें भारतीय जनता पार्टी को दी हैं। इसके लिए मैं दिल्ली की जनता को बहुत बहुत बधाई देना चाहता हूं। आप सब लोगों को बहुत बहुत बधाई देना चाहता हूं, सभी कार्यकर्ताओं को।
जिन लोगों ने खूब मेहनत की थी, ये जो नतीजे हैं ये दिखाते हैं कि एक बार फिर से दिल्ली की जनता ने आम आदमी पार्टी की दिल्ली सरकार जो काम कर रही है उस काम पे अपना भरोसा जताया है और हम अच्छा काम कर रहे हैं इस पे अपनी दिल्ली की जनता ने मोहर लगाई है। ये दिखाता है कि दिल्ली की जनता आम आदमी पार्टी के काम से बहुत ज़्यादा खुश है। अरविंद केजरीवाल जी की राजनीति पर इतना भरोसा जताया। अनिल जी, आप शालीमार बाग की सीट जो बीजेपी की थी वो आप लोगों ने छीनी, लेकिन अपनी सीट जो चौहान बांगर थी वो आप हार के बहुत भारी मार्जिन से। तो राजनीति में ये प्लस माइनस होता है, लेकिन जब 5 में से 4 सीटें जीतते हैं तो हमारे लिए ये बहुत बड़ी जीत है। नगर निगम के चुनाव में क्योंकि वोट भी कम पड़ता है उसका फर्क रहा होगा, लेकिन जिस तरह से लोगों ने 5 में से 4 सीटें देके अरविंद केजरीवाल जी की 6 साल की राजनीति पर भरोसा जताया है और भारतीय जनता पार्टी की 15 साल की राजनीति का सुपड़ा साफ किया है, वो एक बड़ा मैसेज है दिल्ली की जनता की तरफ से। रिजल्ट अगले साल होने वाली एमसीडी पर भी अब साफ फर्क डालेगा, जो ये नतीजे जो हैं ये अगले साल होने वाले, जाहिर सी बात है। ਉਧਰ ਹਰਿਆਣੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੁਸ਼ੀਲ ਗੁਪਤਾ ਦੇ ਵੱਲੋਂ ਵੀ ਖਾਸ ਤੌਰ ਦੇ ਉੱਤੇ ਇਹਨਾਂ ਚੋਣਾਂ ਦੇ ਵਿੱਚ ਜਿੱਤ ਦੇ ਉੱਤੇ ਖੁਸ਼ੀ ਜਤਾਈ ਗਈ ਹੈ ਤੇ ਉਹਨਾਂ ਦਾ ਕਹਿਣਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਇਸ ਤੋਂ ਕਾਫੀ ਵਧੀਆ ਹੋਵੇਗਾ। बीजेपी इसको सेमीफाइनल कह रही थी, बीजेपी आने वाले 1 साल के बाद आने वाले चुनाव का सेमीफाइनल इसको कह रही थी और उस सेमीफाइनल का रिजल्ट दिल्ली की जनता ने इनको दिया है। लोगों को आरक्षण तो कहीं ना कहीं मिलना ही चाहिए, स्थानीय लोग काम करें, परंतु वर्क करने का एटमॉस्फेयर मिलना चाहिए। हरियाणा के अंदर वो नहीं है। ये जो मर्जी कहते रहे, पिछले 6 साल के अंदर एक नई इंडस्ट्री हरियाणा के अंदर नहीं लगी है। हरियाणा में इतनी बार इतने आंदोलन हो चुके हैं, लोगों में असंतोष बड़ी भारी मात्रा के अंदर है। ਉਧਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਬ੍ਰਹਮਪੁਰਾ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜਲਦ ਉਹ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰ ਸਕਦੇ ਨੇ। ਅਜਿਹੇ ਸੰਕੇਤ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ। ਉਹਨਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਕੰਮ ਵਧੀਆ ਕਰ ਰਹੀ ਹੈ। ਸਾਰੇ ਪੰਜਾਬ ਦੇ ਜਿਹਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਰਕਰ ਆ, ਸਾਡੇ ਵਰਕਰ ਆ, ਉਹਨਾਂ ਦਾ ਇੱਕ ਇਕੱਠ ਜਿਹੜਾ ਵਾ ਬੁਲਾ ਰਿਹਾ ਤਰਨਤਾਰਨ ਜ਼ਿਲ੍ਹੇ 'ਚ ਔਰ ਉਸ ਦਿਨ ਅਸੀਂ ਵਿਚਾਰਾਂ ਕਰਾਂਗੇ। ਜਿਹੜੇ ਪੰਜਾਬ ਦੇ ਮਸਲੇ ਨੇ ਉਹਨਾਂ 'ਤੇ ਵੀ ਵਿਚਾਰਾਂ ਕਰਾਂਗੇ। ਜੋ ਇਹ ਸਾਡਾ ਮੋਰਚਾ ਕਿਸਾਨਾਂ ਦਾ ਚੱਲ ਰਿਹਾ ਉਹਦੇ 'ਤੇ ਵਿਚਾਰਾਂ ਕਰਾਂਗੇ। ਆਪਣੀ ਜਥੇਬੰਦੀ ਬਾਰੇ ਵੀ ਵਿਚਾਰਾਂ ਕਰਾਂਗੇ। ਆਉਣ ਵਾਲੇ ਸਮੇਂ ਬਾਰੇ ਵੀ ਵਿਚਾਰਾਂ ਜਿਹੜੀਆਂ ਅਸੀਂ ਚਾਹੁੰਦੇ ਹਾਂ ਕਿ ਆਪ ਵੱਡੀ ਪਾਰਟੀ ਆ, ਉਹਨਾਂ ਨੂੰ ਨਿੱਕੀਆਂ ਪਾਰਟੀਆਂ ਨਾਲ ਰਲ ਮਿਲ ਕੇ ਅਗਰ ਆਪ ਤੁਹਾਡੇ ਨਾਲ ਮਿਲਦੀ ਹੈ ਗੱਠਜੋੜ ਕਰੋਗੇ ਤੁਸੀਂ ਆਪ ਕਰਾਂਗੇ। ਬ੍ਰਹਮਪੁਰਾ ਸਾਹਿਬ ਜਥੇਦਾਰ ਸਾਹਿਬ ਗੱਲ ਤੱਕ ਉਹਨੇ ਕਿਹਾ ਮਾਂ ਪੁੱਤ ਦੱਸਿਆ। ਉਧਰ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਇੱਕ ਕੂੜੇ ਦਾ ਡੰਪ ਚੋਣਾਂ ਦੇ ਵਿੱਚ ਆ ਕੇ ਕਾਫੀ ਚਰਚਾਵਾਂ ਦਾ ਵਿਸ਼ਾ ਬਣਦਾ ਹੈ। ਇਸ ਕੂੜੇ ਦੇ ਡੰਪ ਦੇ ਸੁਰਖੀਆਂ ਖੱਟਣ ਦਾ ਕਾਰਨ ਹੈ ਕਿ ਹਰ ਇੱਕ ਵਿਧਾਇਕ ਦੇ ਵੱਲੋਂ ਇਸ ਡੰਪ ਨੂੰ ਹਟਵਾਉਣ ਦੇ ਵਾਅਦੇ ਕਰਕੇ ਇੱਥੋਂ ਦੇ ਇਲਾਕਾ ਨਿਵਾਸੀਆਂ ਤੋਂ ਵੋਟਾਂ ਲਈਆਂ ਜਾਂਦੀਆਂ ਨੇ, ਪਰ ਇਸ ਇਲਾਕੇ ਦੀਆਂ ਸਹੂਲਤਾਂ ਜਾਂ ਇਸ ਇਲਾਕੇ ਦੀ ਇਹ ਮਜਬੂਰੀ ਨਹੀਂ ਸਮਝੀ ਜਾਂਦੀ। ਹਜੇ ਤੱਕ ਇਹ ਡੰਪ ਜਿਉਂ ਦਾ ਤਿਉਂ ਬਣਿਆ ਹੋਇਆ, ਜਿਸ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਵੱਲੋਂ ਇੱਥੇ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਦਲ ਦੇ ਆਗੂਆਂ ਨੇ ਇਸ ਪ੍ਰਦਰਸ਼ਨ ਦੇ ਦਰਮਿਆਨ ਉੱਥੋਂ ਦੇ ਵਿਧਾਇਕ ਅਤੇ ਕਾਂਗਰਸ ਸਰਕਾਰ ਦੇ ਉੱਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਾਏ ਨੇ। ਮਤਲਬ ਇੰਨਾ ਮਾੜਾ ਹਾਲਾਤ ਹੈ। ਜਿਹੜਾ ਇੱਥੋਂ ਦਾ ਵਿਧਾਇਕ ਆ, ਇਹ ਕਾਂਗਰਸ ਸਰਕਾਰ ਜਦੋਂ ਬਣੀ ਸੀ ਉਦੋਂ ਇੱਥੇ ਮਨਪ੍ਰੀਤ ਸਿੰਘ ਬਾਦਲ ਵੀ ਵਾਅਦਾ ਕਰਕੇ ਗਏ ਸੀ ਕਿ ਮੈਂ ਤੁਹਾਡੇ ਇੱਥੇ ਇੱਕ ਸਰਕਾਰੀ ਸਾਹ ਰੋਗ ਦਾ ਜਿਹੜਾ ਹਸਪੀਟਲ ਖੋਲਾਂਗਾ। ਔਰ ਜਿਹੜਾ ਇੱਥੋਂ ਦਾ ਵਿਧਾਇਕ ਆ ਉਹਨੇ ਇਹਨਾਂ ਲੋਕਾਂ ਨਾਲ ਸਹੁੰ ਖਾਧੀ ਸੀ ਕਿ ਮੈਨੂੰ ਤੁਸੀਂ ਇੱਕ ਵਾਰ ਬਣਾ ਦਿਓ ਤੇ ਮੈਂ ਜਿਹੜਾ ਇਹ ਡੰਪ ਜਿਹੜਾ ਇੱਥੋਂ ਚੁੱਕ ਦਾਂਗਾ, ਕਿਉਂਕਿ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਿਹਾ ਔਰ ਸਾਡੇ ਨਾਲ ਉਹ ਜਦੋਂ ਨਾਰਾਜ਼ ਹੋਏ ਸੀ ਤਾਂ ਉਹਨੇ ਇੱਕ ਬੜੀਆਂ ਵੀਡੀਓ ਪਾਈਆਂ ਸੀ, ਇਹ ਜੀ ਮੇਰੇ ਕਹੇ ਤੇ ਇੱਥੋਂ ਡੰਪ ਨਹੀਂ ਚੁੱਕ ਰਹੇ, ਮੈਂ ਕਾਂਗਰਸ 'ਚ ਜਾਵਾਂਗਾ, ਮੈਂ ਡੰਪ ਚੁਕਾਵਾਂਗਾ। ਔਰ ਉਦੋਂ ਇੱਥੇ ਖਲੋ ਕੇ ਇੱਥੋਂ ਉਹਨੇ ਵੀਡੀਓ ਪਾਈ ਸੀ ਕਿ ਜੀ ਇੱਥੋਂ ਕੋਈ 4 ਕਿਲੋਮੀਟਰ ਦੇ ਫਾਸਲੇ 'ਤੇ ਸ਼ਹੀਦਾਂ ਸਾਹਿਬ ਆ ਜੀ, ਇੱਥੇ ਜੇ ਮਸ਼ੀਨਰੀ ਲੱਗੀ ਤੇ ਉਹਦੀ ਬਦਬੂ ਜਿਹੜੀ ਉਹ ਜਾਏਗੀ, ਚਾਹੇ ਗੋਲਡਨ ਟੈਂਪਲ ਤੱਕ ਜਾਏਗੀ। ਸਰ ਹੁਣ ਅੱਜ ਕੋਈ ਮਸ਼ੀਨਰੀ ਵੀ ਨਹੀਂ ਲੱਗੀ, ਕੋਈ ਕੁਛ ਨਹੀਂ ਹੋਇਆ। ਔਰ ਜੋ ਰਾਤ ਇੱਥੋਂ ਦੇ ਹਾਲਾਤ ਰਹੇ ਆ ਤੁਸੀਂ ਵੇਖ ਲਓ, ਅਜੇ ਤੁਸੀਂ ਮੇਰੇ ਨਾਲ ਹੀ ਖੜੇ ਹੋ ਕਿ ਇੱਥੇ ਸਾਹ ਨਹੀਂ ਲਿਆ ਜਾਂਦਾ। ਆਹ ਦੇਖੋ ਇੱਕ ਨਕਲੀ ਜਿਹੜੀਆਂ ਮਸ਼ੀਨਾਂ ਲਾਈਆਂ, ਇੱਕ ਰਾਤ ਮਸ਼ੀਨ ਇੰਨੇ ਵੱਡੇ ਪੱਧਰ ਤੇ ਰਾਤ ਅੱਗ ਲੱਗੀ ਹੈ। ਸਿਰਫ ਤੇ ਸਿਰਫ ਇਹ ਜਿਹੜਾ ਇੱਥੋਂ ਦਾ ਵਿਧਾਇਕ ਉਹ ਬੜਾ ਚਲਾਕ ਬੰਦਾ। ਪੰਜਾਬ ਇਸ ਵੇਲੇ ਤੇ ਰੁਕ ਕਰਦੇ ਹੁਣ ਤੇ ਖਾਸ ਅਤੇ ਤਾਜ਼ਾ ਸਿਆਸੀ ਬਿਆਨਾਂ ਦੇ ਵੱਲ। ਦੇਖੋ, ਇਹ 'ਚ ਕੋਈ ਸ਼ੱਕ ਨਹੀਂ ਕਿ ਬਹੁਤ ਵੱਡਾ ਇੱਕ ਇਹ ਜ਼ਿੰਮੇਵਾਰੀ ਵਾਲਾ ਜਿਹੜਾ ਕਮਿਸ਼ਨ ਹੈ। ਬਹੁਤ ਸਾਰੇ ਲੋਕ
ਇਹਦੇ ਤੋਂ ਆਸ ਦੀ ਨਿਗਾਹ ਨਾਲ ਨਿਆਂ ਮੰਗਣ ਦੇ ਲਈ ਇੱਥੇ ਆਉਂਦੇ ਨੇ, ਪਰ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਖਾਲੀ ਵੀ ਰਿਹਾ, ਪਰ ਪਹਿਲਾਂ ਵੀ ਜਿਹੜੀ ਸੀ ਉਹ ਮੈਨੂਅਲ ਕੰਮ ਜ਼ਿਆਦਾ ਹੁੰਦਾ ਸੀ। ਸੋ ਉਹਦੇ ਕਰਕੇ ਜਿਹੜੀ ਫਾਈਲਾਂ ਦੀ ਪੈਂਡੈਂਸੀ ਜਿਹੜੀ ਆ ਉਹ ਬਹੁਤ ਜ਼ਿਆਦਾ ਲੰਬੀ ਆ। ਅਸੀਂ ਕਹਿ ਦਈਏ ਕਿ ਅੱਜ ਜਿਹੜੀ ਮੇਰੀ ਕੱਲ੍ਹ ਦੀ ਆਫਿਸਰਸ ਦੇ ਨਾਲ ਮੀਟਿੰਗ ਹੋਈ, ਉਹਦੇ ਵਿੱਚ ਜਿਹੜੀ ਰਿਪੋਰਟ ਸਾਨੂੰ ਸਾਹਮਣੇ ਆਈ ਹੈ ਉਹਦੇ 'ਚ 67,000 ਦੇ ਕਰੀਬ ਕੇਸ ਹਲੇ ਪੈਂਡਿੰਗ ਹੈ। ਸੋ ਅਸੀਂ ਕੱਲ੍ਹ ਆਫਿਸਰਸ ਦੇ ਨਾਲ ਬੈਠ ਕੇ ਇਸ ਪੈਂਡੈਂਸੀ ਨੂੰ 6 ਮਹੀਨੇ ਦੇ ਅੰਦਰ ਅੰਦਰ ਖ਼ਤਮ ਕਰਨਾ, ਇਹ ਟਾਰਗੇਟ ਦੇ ਕੇ ਅਸੀਂ ਸਾਰਿਆਂ ਕੋਲੋਂ ਇੱਕ ਸੁਜੈਸ਼ਨ ਵੀ ਮੰਗਿਆ ਔਰ ਕੁਝ ਸੁਜੈਸ਼ਨ ਅਸੀਂ ਤੈਅ ਵੀ ਕਰ ਲਿਆ ਆਪਣੇ ਅਧਿਕਾਰੀਆਂ ਨਾਲ ਬੈਠ ਕੇ, ਆਪਣੇ ਮੈਂਬਰਸ ਨਾਲ ਬੈਠ ਕੇ, ਜਿਹਦੇ ਵਿੱਚ ਮੁੱਖ ਰੂਪ ਦੇ ਵਿੱਚ ਅਸੀਂ ਇਹ ਸਾਰਾ ਕੰਮ ਜਿਹੜਾ ਆਈਟੀ ਸੈਕਟਰ ਦੇ ਥਰੂ ਹੀ, ਔਰ ਜੇ ਮੈਂ ਕਹਾਂਗਾ ਵੀ ਇਹਦੇ 'ਚ ਹਾਲੇ ਤੱਕ ਕੋਈ ਪੋਰਟਲ ਜਿਹੜਾ ਗ੍ਰੀਵੈਂਸਿਸ ਪੋਰਟਲ ਪ੍ਰੋਪਰ ਨਹੀਂ ਸੀ ਕੰਮ ਕਰ ਰਿਹਾ, ਕਦੀ ਬਣਿਆ ਉਹ ਬੰਦ ਹੋ ਗਿਆ ਚਲ ਗਿਆ, ਪਰ ਹੁਣ ਅਸੀਂ ਇਹਦੇ ਉੱਤੇ ਇੱਕ ਪੋਰਟਲ ਬਣਾ ਰਹੇ ਹਾਂ ਕਿ ਕੋਈ ਵੀ ਵਿਅਕਤੀ ਕਿਤੇ ਵੀ ਬੈਠਾ ਆਪਣੀ ਕੰਪਲੇਂਟ ਵੀ ਦਰਜ ਕਰ ਸਕਦਾ, ਉਹ ਕੰਪਲੇਂਟ ਲਿਖ ਕੇ ਵੀ ਕਰ ਸਕਦਾ, ਆਪਣੀ ਫਾਈਲ ਨੂੰ PDF ਫਾਈਲ ਦੇ ਰੂਪ 'ਚ ਉਹ ਵੀ ਅਟੈਚ ਕਰ ਸਕਦਾ। ਅੱਜ ਮੀਟਿੰਗ ਹੋਈ ਹੈ ਸੰਯੁਕਤ ਕਿਸਾਨ ਮੋਰਚੇ ਦੀ, ਔਰ ਉਸ ਮੀਟਿੰਗ ਦੇ ਵਿੱਚ ਕੁਝ ਫੈਸਲੇ ਲਏ ਗਏ ਨੇ। ਜਿਵੇਂ ਇੱਕ ਤਾਂ ਸਭ ਤੋਂ ਵੱਡਾ ਫੈਸਲਾ ਇਹ ਲਿਆ ਗਿਆ ਕਿ 6 ਤਰੀਕ ਨੂੰ 5 ਘੰਟੇ ਦੇ ਲਈ KMP ਰੋਡ ਹੈ ਜਿਹੜੀ, ਇਸ ਸੜਕ ਨੂੰ ਜਾਮ ਕੀਤਾ ਜਾਣਾ, ਔਰ ਇਹ ਸੜਕ ਨੂੰ ਜਾਮ ਕਰਨ ਦਾ ਜਿਹੜਾ ਮੁੱਖ ਕਾਰਨ ਹੈ ਕਿ ਇੱਕ ਸਰਕਾਰ ਨੂੰ ਇੱਕ ਤਰ੍ਹਾਂ ਦਾ ਸੰਦੇਸ਼ਾ ਦੇਣਾ ਹੈ ਕਿ ਅਗਰ ਸਰਕਾਰ ਨੇ ਸ਼ਾਂਤਮਈ ਬੈਠੇ ਕਿਸਾਨਾਂ ਦੀ ਇਹ ਗੱਲ ਦੀ ਸੁਣਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅੰਦੋਲਨ, ਅਗਲੇ ਜਿਹੜੇ ਪ੍ਰੋਗਰਾਮ ਆ ਹੋਰ ਵੀ ਇਸ ਤੋਂ ਵੀ ਤਿੱਖੇ ਤੇ ਤੇਜ਼ ਹੋ ਸਕਦੇ ਹੈ। ਸੋ ਇਹ ਸੁਨੇਹਾ ਦੇਣ ਵਾਸਤੇ ਆਪਾਂ 5 ਘੰਟਿਆਂ ਦੇ ਲਈ KMP ਜਾਮ ਕਰਨੀ ਹੈ। ਨਾਲ ਉਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਹੈ ਕਿ ਅਸੀਂ ਸਾਡੇ ਜਿਹੜੇ ਪਰਿਵਾਰ ਨੇ, ਔਰਤ ਦਾ ਬਹੁਤ ਵੱਡਾ ਯੋਗਦਾਨ ਹੈ ਮੁੱਢ ਲਾ ਤੋਂ ਖੇਤੀ ਦੇ ਵਿੱਚ, ਔਰ ਅੱਜ ਜਦੋਂ ਖੇਤੀ ਦੇ ਬਚਾਉਣ ਦੀ ਗੱਲ ਆਉਂਦੀ ਹੈ ਤੇ ਉਸ ਵੇਲੇ ਫਿਰ ਲੋੜ ਮਹਿਸੂਸ ਹੁੰਦੀ ਹੈ ਕਿ ਸਾਡੀਆਂ ਭੈਣਾਂ, ਸਾਡੀਆਂ ਧੀਆਂ, ਸਾਡੀਆਂ ਬੇਟੀਆਂ, ਸਾਡੀਆਂ ਮਾਤਾਵਾਂ ਇਸ ਅੰਦੋਲਨ ਦੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ, ਕਿਉਂਕਿ 8 ਤਰੀਕ ਨੂੰ ਇਹ ਮਹਿਲਾਵਾਂ ਦਾ, ਔਰਤਾਂ ਦਾ, ਬੀਬੀਆਂ ਦਾ ਜਿਹੜਾ ਦਿਨ ਮਨਾਇਆ ਜਾ ਰਿਹਾ ਪੂਰੇ ਦੇਸ਼ ਦੇ ਅੰਦਰ, ਉਹਦੇ ਵਿੱਚ ਸਾਡਾ ਇੱਕੋ ਹੀ ਸਭ ਤੋਂ ਵਧੀਆ ਤਰੀਕਾ ਇਹ ਦਿਨ ਮਨਾਉਣ ਦਾ ਕਿ ਅਸੀਂ ਜਿਸ ਤਰ੍ਹਾਂ ਸਾਡੀਆਂ ਭੈਣਾਂ ਦਾ ਸਾਡੀ ਖੇਤੀ ਨੂੰ ਕਰਨ ਦੇ ਵਿੱਚ, ਇਸ ਰੁਜ਼ਗਾਰ ਨੂੰ ਕਰਨ ਦੇ ਵਿੱਚ ਜਿਸ ਤਰ੍ਹਾਂ ਦਾ ਹਿੱਸੇਦਾਰੀ ਹੈ, ਉਸੇ ਤਰ੍ਹਾਂ ਦੀ ਹਿੱਸੇਦਾਰੀ ਇਸ ਰੁਜ਼ਗਾਰ ਨੂੰ ਜਿਉਂਦਿਆਂ ਰੱਖਣ ਦੇ ਲਈ, ਪਾਉਣ ਦੇ ਲਈ ਆਪਾਂ ਸਾਡੀਆਂ ਭੈਣਾਂ ਨੇ ਕੋਸ਼ਿਸ਼ ਕਰਨੀ ਹੈ ਕਿ 8 ਤਰੀਕ ਨੂੰ ਆਪਾਂ ਦਿੱਲੀ ਦੇ ਸਾਰੇ ਹੀ ਬਾਰਡਰ ਹੈ, ਜਿਹੜੇ ਸਿੰਘੂ ਬਾਰਡਰ ਹੈ, ਟਿਕਰੀ ਬਾਰਡਰ ਹੈ, ਜਾਂ ਜਿਹੜਾ ਪਲਵਲ ਬਾਰਡਰ ਹੈ, ਜਾਂ ਗਾਜ਼ੀਪੁਰ ਬਾਰਡਰ ਹੈ, ਇਹਨਾਂ ਬਾਰਡਰਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਭੈਣਾਂ, ਸਾਡੇ ਪਰਿਵਾਰ, ਸਾਡੀਆਂ ਬੀਬੀਆਂ ਪਹੁੰਚ ਕੇ ਹਾਜ਼ਰੀ ਲਵਾਉਣ, ਤਾਂ ਕਿ ਉਹ ਦਿਨ ਸਾਰਾ ਹੋਣਾ ਵੀ, ਸਟੇਜ ਵੀ ਬੀਬੀਆਂ ਨੇ ਚਲਾਉਣੀ ਹੈ ਤੇ ਸਾਰਾ ਪ੍ਰਬੰਧ ਵੀ ਬੀਬੀਆਂ ਦਾ ਹੋਏਗਾ ਉਸ ਦਿਨ। ਉਧਰ ਦੀਪ ਸਿੱਧੂ ਮਾਮਲੇ ਦੇ ਵਿੱਚ ਹੁਣ ਸਿਆਸਤ ਬਹੁਤ ਪੱਕੀ ਹੋਈ ਹੈ, ਕਿਉਂਕਿ ਬੀਤੇ ਦਿਨੀ ਬਿਆਨ ਜਦੋਂ ਮਨਜਿੰਦਰ ਸਿੰਘ ਸਿਰਸਾ ਦਾ ਆਉਂਦਾ ਹੈ, ਮਨਜਿੰਦਰ ਸਿਰਸਾ ਨੇ ਕਿਹਾ ਸੀ ਕਿ ਉਹਨਾਂ ਦੇ ਵੱਲੋਂ ਦੀਪ ਸਿੱਧੂ ਦੇ ਨਾਲ ਫੋਨ ਤੇ ਗੱਲਬਾਤ ਹੋਈ ਹੈ ਤੇ ਉਸ ਤੋਂ ਬਾਅਦ ਹਰ ਜ਼ਰੂਰੀ ਮਦਦ ਦੀਪ ਸਿੱਧੂ ਦੀ ਕੀਤੀ ਜਾਵੇਗੀ। ਪਰ ਇਸ ਤੋਂ ਬਾਅਦ ਸਿਆਸਤ ਇਸ ਕਦਰ ਪੱਕੀ ਕਿ ਵਿਕਰਮ ਮਜੀਠੀਆ ਵੀ ਮਨਜਿੰਦਰ ਸਿਰਸਾ ਦੇ ਬਿਆਨ ਦੇ ਉੱਤੇ ਭਖਦੇ ਨਜ਼ਰ ਆਏ ਤੇ ਉਸ ਤੋਂ ਬਾਅਦ ਵਿਰੋਧੀਆਂ ਨੇ ਭਖਣਾ ਸੁਭਾਵਿਕ ਸੀ, ਕਿਉਂਕਿ ਇਸ ਦੇ ਉੱਤੇ ਰਵਨੀਤ ਬਿੱਟੂ ਦਾ ਵੀ ਪ੍ਰਤੀਕਰਮ ਹੈ। ਰਵਨੀਤ ਬਿੱਟੂ ਨੇ ਇਸ ਦੇ ਉੱਤੇ ਮਨਜਿੰਦਰ ਸਿਰਸਾ ਅਤੇ ਮਜੀਠੀਆ ਦੋਹਾਂ ਦੇ ਉੱਤੇ ਟਿੱਪਣੀ ਕੀਤੀ ਹੈ। ਵਕੀਲ ਆ ਜਿਹੜਾ ਉਹ ਸਿਰਸਾ ਸਾਹਿਬ ਤੁਹਾਨੂੰ ਵੱਧ ਤੋਂ ਵੱਧ ਕਰਨ ਨੂੰ ਤਿਆਰ ਆ, ਤੇ ਕੀ ਸੰਬੰਧ ਨੇ ਤੁਹਾਨੂੰ ਮੂਹਰੇ ਆ ਕੇ ਦੱਸੋ। ਤੇ ਅੱਜ ਮਜੀਠੀਆ ਸਾਹਿਬ ਨੇ, ਉਹਨਾਂ ਨੇ ਉਦੋਂ ਉੱਤੇ ਆ ਕੇ ਵੀ ਇਹ ਤਾਂ ਬੜੀ ਖਤਰਨਾਕ ਗੱਲ ਹੋ ਗਈ, ਇਹਨੂੰ ਹੋਰ ਕਿਵੇਂ ਟਵਿਸਟ ਦਈਏ। ਉਹਨਾਂ ਨੇ ਅੱਜ ਸਵੇਰੇ ਵਿਧਾਨ ਸਭਾ 'ਚ ਬਿਆਨ ਦੇਤਾ ਵੀ ਨਹੀਂ, ਇਹ ਤਾਂ ਭਾਈ BJP ਵਾਲਿਆਂ ਦਾ ਬੰਦਾ ਏ। ਸਿਰਸਾ ਸਾਹਿਬ ਨੇ ਜਿਹੜੇ ਵਕੀਲ ਕੀਤੇ ਆ ਜਾਂ ਕਰਨ ਦੀ ਗੱਲ ਕੀ ਆ, ਉਹ ਬੜੀ ਗਲਤ ਗੱਲ ਕਹੀ ਆ, ਤੇ ਹੁਣ ਇਹਨਾਂ ਦੇ ਇਹ ਦੱਸਣਗੇ ਵੀ ਇਹ 'ਚ ਕੀ ਗਲਤ ਆ ਤੇ ਕੌਣ ਸਹੀ ਆ। ਪਰ ਤੁਸੀਂ ਇਹ ਗੱਲਾਂ ਨੂੰ ਸਮਝੋ, ਈਵੈਂਟਸ ਨੂੰ ਸਮਝੋ, ਕਿਵੇਂ ਇਹ ਡੀਟੀਆਂ ਫਿੱਟ ਹੋਈਆਂ ਏ। ਇਹ ਮੈਂ ਬਾਰ-ਬਾਰ ਇਹ ਕਹਿੰਦਾ ਰਿਹਾ, ਪਰ ਮੇਰੀ ਕਿਸੇ ਨੇ ਨਹੀਂ ਮੰਨੀ। ਇਹ ਤਾਂ ਦੀਪ ਸਿੱਧੂ ਦਾ ਐਪੀਸੋਡ ਆ, ਜੇ ਹੋਰ ਖੁੱਲਣੀਆਂ ਤੁਹਾਡੇ ਮੂਹਰੇ ਪਰਤਾਂ ਖੁੱਲਣੀਆਂ। ਹੁਣ ਕੋਈ ਇਹ ਨਹੀਂ ਕਹਿ ਸਕਦਾ ਵੀ ਸਿਰਸਾ ਆਪਣੇ ਆਪ ਕਰ ਰਿਹਾ ਏ। ਉਹਨਾਂ ਨੇ ਇਹ ਕਿਹਾ ਔਨ ਰਿਕਾਰਡ ਵੀ ਮੈਨੂੰ 2 ਵਾਰ ਉਹਦੇ ਨਾਲ ਗੱਲ ਹੋਈ ਦੀਪ ਸਿੱਧੂ ਨਾਲ,
2 ਵਾਰ ਮੇਰੀ ਉਹਦੇ ਭਰਾ ਨਾਲ ਗੱਲ ਹੋਈ, ਜਦੋਂ ਆਪ ਅਕਾਲੀ ਦਲ ਦੇ ਪ੍ਰਧਾਨ ਤੋਂ ਵਕੀਲ ਮੰਗ ਰਹੇ ਆ ਤੇ ਇਹਦਾ ਅੰਦਾਜ਼ਾ ਹੁਣ ਤੁਸੀਂ ਆਪ ਲਾ ਲਓ। ਤੇ ਮਜੀਠੀਆ ਸਾਹਿਬ ਉਹ ਕਹਿ ਰਿਹਾ ਨਹੀਂ ਜੀ ਇਹ ਤਾਂ ਬੀਜੇਪੀ ਵਾਲੇ ਆ, ਉਹਨਾਂ ਦਾ ਸਿਰਸਾ ਸਾਹਿਬ ਇਹ ਹੁਣ ਇਹ ਫੈਸਲਾ ਕਰਨਗੇ ਵੀ ਇਹ ਸਭ ਇਕੱਠੇ ਕਿਵੇਂ ਨੇ। ਹੁਣ ਮੈਂ ਸਾਰੀਆਂ ਗੱਲਾਂ ਕਲੀਅਰ ਕਰਤੀਆਂ, ਤੁਹਾਨੂੰ ਹੋਰ ਪਰਦੇ ਖੁੱਲਣਗੇ ਅੱਗੇ ਅੱਗੇ ਵੀ ਕਿਵੇਂ ਅੱਜ ਐਜੀਟੇਸ਼ਨ ਜਿਹੜਾ ਸਾਡੀਆਂ ਸਿੰਪਲ ਮਾਵਾਂ ਧੀਆਂ ਭੈਣਾਂ ਭਰਾਵਾਂ ਦਾ ਸੀ ਉਹ ਖੰਡਾ ਕੇ ਰੱਖਤਾ, ਅੱਜ ਐਜੀਟੇਸ਼ਨ ਦੁਬਾਰਾ ਥੱਲੇ ਲਾ ਕੇ ਰੱਖਤਾ। ਅਸੀਂ ਉਸੇ ਝੁੱਗੀ 'ਚ ਬੈਠੇ ਆ, 90 ਦਿਨ ਹੋ ਚੱਲੇ। ਇਹ ਸਾਨੂੰ ਪਤਾ ਹੈ ਨਾ, ਜਿਹੜੇ ਬੈਠੇ ਆ ਪਿੰਡੇ ਤੇ ਹੰਢਾ ਰਹੇ ਆ ਬੱਚੇ ਆ, ਛੋਟੇ ਬੱਚੇ ਬੱਚੀਆਂ ਇਸ ਵੇਲੇ ਆ ਠੀਕਰੀ ਤੋਂ ਆਏ ਬੈਠੇ ਆ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਨਹੀਂ, ਫਿਰ ਮੁੜ ਹਾਜ਼ਰ ਹੁੰਦੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।